ਅੱਜ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਨੇ ਮੈਨੂੰ ਆਫ ਰਿਕਾਰਡ ਕਿਹਾ ਵੀ ਤੂੰ ਕੱਲ ਲੱਖੇ ਦੀ ਇੰਟਰਵਿਊ ਕਰੀ ਆ, ਤੁਸੀਂ ਸਾਨੂੰ ਸਵਾਲ ਪੁੱਛਦੇ ਹੋ, ਉਹਦਾ ਤੁਸੀਂ ਭਾਸ਼ਣ ਰਿਕਾਰਡ ਕਰਦੇ ਹੋ। ਅਸੀਂ ਹੁਣ ਚਾਹੁੰਦੇ ਸੀਗੇ ਵੀ ਮਾਈਕ ਪਹਿਲਾਂ ਰਜਿੰਦਰ ਸਿੰਘ ਜੀ ਦੀਪ ਸਿੰਘ ਵਾਲਾ ਦੇ ਹੱਥ 'ਚ ਫੜਾਇਆ ਜਾਵੇ ਤੇ ਉਹਨਾਂ ਨੂੰ ਇਹ ਕਿਹਾ ਜਾਵੇ ਹੱਥ ਜੋੜ ਕੇ ਵੀ ਅੱਜ ਤੁਸੀਂ ਸਾਡੀ ਇੰਟਰਵਿਊ ਲੈ ਲਓ ਪਹਿਲਾਂ, ਜੇ ਤੁਸੀਂ ਸਾਨੂੰ ਇੰਟਰਵਿਊ ਨਹੀਂ ਦੇਣੀ। ਰਾਜਾ ਗੱਲਾਂ ਕੁਛ ਕਹੇ ਤੁਸੀਂ ਕਰ ਲਗਾ ਜੇ ਚੁਰੂ ਨਹੀਂ ਉਹਦੀ ਗੱਲ ਨਹੀਂ ਮੰਨੀ ਦੀ। ਕੋਈ ਤਾਂ ਕਹਿੰਦਾ ਢਾਹ ਦਾਂਗੇ ਦਿੱਲੀ ਨੂੰ, ਕੋਈ ਕਹਿੰਦਾ ਦਿੱਲੀ ਨੂੰ ਬਾਹਰ ਲਾਂਗੇ, ਉਹ ਥੋੜੀ ਉਹ ਪਾਸ ਹੋ ਜੂਗੀ। ਜੇ ਪ੍ਰੈਸ ਚਾਹੁੰਦੀ ਹੈ ਵੀ ਡੰਡੋ ਡੰਡੀ ਹੋ ਕੇ ਦਿਖਾਉਂਦਾ ਹੈ, ਫਿਰ ਕਦੇ ਆਪਾਂ ਬਹਿ ਕੇ ਵਿਚਾਰ ਲਾਂਗੇ। ਤੁਸੀਂ ਕਿਸਾਨ ਹੋ, ਤੁਸੀਂ ਵੀ ਖੇਤੀ ਕਰਦੇ ਹੋ, ਕੋਈ ਗੱਲ ਨਹੀਂ, ਫਿਰ ਤੁਹਾਨੂੰ ਕਹਾਂਗੇ ਵੀ ਹੁਣ ਨਾਲ ਹੀ ਆ ਜਾਓ, ਦੇਖੀ ਜਾਓ। ਵੀ ਤੁਸੀਂ ਕਿਹਾ ਸੀ ਲਾਲ ਕਿਲੇ ਜਾਵਾਂਗੇ, ਮਾੜੀ ਜਿਹੀ ਗੱਲ ਲੀਡਰ ਤੋਂ ਕਹਾ ਕੇ ਜਿਹੜੀ 26 ਤਰੀਕ ਨੂੰ ਹੋਈ ਹੈ। ਅਸੀਂ ਕੋਈ ਘੇਰਨ ਤਾਂ ਨਹੀਂ ਕਿਹਾ ਸਾਨੂੰ, ਅਸੀਂ ਮਾਰਚ ਦਾ ਸਾਡਾ ਮਾਰਚ ਦਾ ਵੀ ਹਜੇ ਤੈਅ ਨਹੀਂ ਹੋਇਆ ਵੀ ਕਿਹੜੇ ਤਰੀਕੇ ਨਾਲ ਹੋਣਾ। ਅੱਜ ਰਾਜਾ ਸਾਹਿਬ ਤੋਂ ਕਹਾਣ ਹੋ ਗਏ ਸੀਨੀਅਰ ਲੀਡਰ ਸਾਡਾ ਵੀ ਤੁਸੀਂ ਉੱਤੇ ਕਹਿ ਕੇ ਅਸੀਂ ਘੇਰਾਂਗੇ, ਹੁਣ ਤੁਸੀਂ ਘੇਰਦੇ ਨਹੀਂ। ਸਾਡੀ ਇੱਕ ਬੇਨਤੀ ਹੈ, ਕਹੇ ਜੇ ਬੰਦੇ ਬਾਰੇ ਮੇਰੇ ਕੋਲ ਕਮੈਂਟ ਮੰਗਦੇ ਹੋ, ਉਹਦਾ ਕੀ ਕਹੋ ਨੇ ਉਹਦੇ ਬਾਰੇ। ਉਹ ਤਾਂ ਮੈਨੂੰ ਵੀ ਕਹਿ ਗਿਆ ਵੀ ਇਹਦੇ ਘਰ ਵਾਲੀ ਹੈ ਕਿ ਉਹਨੂੰ ਘਰ ਨਹੀਂ ਬਣਦੀ, ਕੋਈ ਕਹਿੰਦਾ ਨਹੀਂ। ਰਾਜੇਵਾਲ ਸਾਹਿਬ, ਜਿਹੜਾ ਸੰਸਦ ਦਾ ਦਿੱਤਾ ਗਿਆ ਉਹ ਪੈਦਲ ਮਾਰਚ ਆ, ਸੰਸਦ ਦਾ ਘਰਾਵ ਕਰਨਾ, ਉਹ ਅਸਲ ਦੇ ਵਿੱਚ ਕੀ ਆ? ਉਹਦਾ ਬਲੂ ਪ੍ਰਿੰਟ ਤਿਆਰ ਹੋਇਆ? ਹਾਲੇ ਸਟ੍ਰੈਟਜੀ ਤੈਅ ਕਰਨੀ ਹੈ, ਡੇਟ ਫਿਕਸ ਕਰਨੀ। ਇੰਨਾ ਹੀ ਫੈਸਲਾ ਹੋਇਆ ਵੀ ਸੰਸਦ ਦਾ ਮਾਰਚ ਕਰਨਾ, ਕਿਹੜੀ ਤਾਰੀਖ ਨੂੰ ਕਰਨਾ ਉਹ ਹਾਲੇ ਨਹੀਂ ਫੈਸਲਾ ਹੋਇਆ, ਕਿਹੜੇ ਢੰਗ ਨਾਲ ਜਾਣਾ ਇਹ ਹਾਲੇ ਫੈਸਲਾ। ਜਿਹੜਾ ਪਹਿਲਾਂ 2 ਮਹੀਨੇ ਪੰਜਾਬ ਦੇ ਵਿੱਚ ਚੱਲਿਆ, ਠੀਕ ਹੈ, ਗਰਾਊਂਡ ਤਿਆਰ ਕਰਿਆ ਗਿਆ, ਜਿਹੜੀਆਂ ਹੁਣ ਪੰਜਾਬ ਦੇ ਵਿੱਚ ਰੈਲੀਆਂ ਹੋ ਰਹੀਆਂ, ਮਹਾ ਪੰਚਾਇਤਾਂ ਹੋ ਰਹੀਆਂ, ਇਹਨੂੰ ਕਿਸ ਨਜ਼ਰ ਦੇ ਨਾਲ ਤੁਸੀਂ ਦੇਖ ਰਹੇ ਹੋ? ਜਿਹੜੇ ਲੋਕ ਇਹ ਟੀਕਾ ਟਿੱਪਣੀ ਕਰ ਰਹੇ ਨੇ ਵੀ ਇਹ ਜਿਹੜੀਆਂ ਮਹਾ ਪੰਚਾਇਤਾਂ ਜਾਂ ਮਹਾ ਰੈਲੀਆਂ ਗਈਆਂ, ਇਹ ਵੱਖੋ-ਵੱਖ ਜਥੇਬੰਦੀਆਂ ਦਾ ਸ਼ਕਤੀ ਪ੍ਰਦਰਸ਼ਨ ਹੈ, ਨਹੀਂ ਹੋਣਾ ਚਾਹੀਦਾ, ਇਹਦੇ ਤੇ ਕੀ ਕਮੈਂਟ ਹੋਵੇਗਾ? ਨਹੀਂ, ਇਸ ਤਰ੍ਹਾਂ ਦੀ ਕੋਈ ਗੱਲ ਨਹੀਂ। ਵੱਖ-ਵੱਖ ਜਥੇਬੰਦੀਆਂ ਦੇ ਵਿੱਚ ਸਾਰੇ ਲੀਡਰ ਉੱਥੇ ਕਿਉਂ ਜਾਣ? ਸਾਰੇ ਹੀ ਜਾਂਦੇ ਨੇ। ਜੇ ਕਿਤੇ ਵੱਖੋ-ਵੱਖ ਹੋਵੇ ਤਾਂ ਕੋਈ ਤਾਂ ਮਿਸ ਕਰੇ, ਜਿਹੜੇ ਮਿਸ ਕਰਦੇ ਨੇ ਉਹ ਕਿਸੇ ਹੋਰ ਤੇ ਗਏ ਹੁੰਦੇ ਨੇ। ਇੱਕ ਦਿਨ 'ਚ ਕਈ ਹੋ ਰਹੀਆਂ ਨੇ, ਇੱਦਾਂ ਦੀ ਕੋਈ ਗੱਲ ਨਹੀਂ। ਕੁਛ ਰਾਜਨੀਤਿਕ ਸੁਰ ਵੀ ਆ ਰਹੇ ਨੇ ਵੀ ਅੰਦੋਲਨ ਦੇ ਵਿੱਚੋਂ ਇੱਕ ਰਾਜਨੀਤਿਕ ਧਿਰ ਨਿਕਲ ਸਕਦੀ ਹੈ, ਇੱਦਾਂ ਦਾ ਕੁਛ ਹੈਗਾ ਗਾ? ਅਗਲੀ ਮੀਟਿੰਗ 'ਚ ਇਹਦੇ 'ਤੇ ਵਿਚਾਰ ਹੋ ਰਹੀ ਹੈ, ਆਈ ਹੈ ਸਾਡੇ ਕੋਲ ਗੱਲ ਵੀ ਅਸੀਂ ਇਹਦਾ ਕੋਈ ਹੱਲ ਲੱਭੀਏ, ਕੀ ਕਰਨਾ। ਅਗਲੀ ਮੀਟਿੰਗ 'ਤੇ ਡਿਸਕਸ ਕਰਾਂਗੇ। ਤੁਸੀਂ ਕਿਹੜੀ ਵਿਚਾਰਧਾਰਾ ਦੇ ਵਿੱਚ ਬਲੀਵ ਰੱਖਦੇ ਹੋ? ਸਿਸਟਮ ਦੇ ਵਿੱਚ ਜਾ ਕੇ ਵੋਟਾਂ ਵਾਲੀ ਰਾਜਨੀਤੀ ਲੜਨਾ ਪਸੰਦ ਕਰੋਗੇ ਕਿ ਬਾਹਰ ਰਹਿ ਕੇ ਐਜੀਟੇਸ਼ਨ ਕਰੋਗੇ? ਮੈਂ ਤਾਂ 52 ਸਾਲ ਦਾ ਯੂਨੀਅਨ ਦੇ ਵਿੱਚ ਰਿਹਾ, ਯੂਨੀਅਨ 'ਚ। KMP ਦੀ ਜੇ ਆਪਾਂ ਗੱਲ ਕਰੀਏ, ਕਾਲ ਦਿੱਤੀ ਗਈ ਹੈ, ਉਹਨੂੰ ਕਲੀਅਰ ਨਹੀਂ ਕੀਤਾ ਗਿਆ ਵੀ ਰਾਤ ਵੀ ਉੱਥੇ ਰਹਿਣਾ ਹੈ, ਕਿਉਂਕਿ 24 ਘੰਟੇ ਦੀ ਗੱਲ ਹੈ, ਉੱਥੇ ਰਾਤ ਕਿਸਾਨ ਕਿਵੇਂ ਰਹਿਣਗੇ? 11 ਵਜੇ ਤੋਂ ਅਗਲੇ ਦਿਨ 11 ਵਜੇ ਤੱਕ ਰਾਤ ਦਾ ਜਿਹੜਾ ਪ੍ਰੋਗਰਾਮ ਹੋਊਗਾ, ਫਿਰ ਸਾਰਾ ਕੁਝ ਇਹਦਾ ਮਤਲਬ 24 ਘੰਟੇ ਦਾ ਮਤਲਬ ਰਾਤ ਰਹਿਣਾ ਪਊਗਾ। ਨਹੀਂ, ਉੱਤੇ ਰਾਤ ਨੂੰ ਕੋਈ ਅਰੇਂਜਮੈਂਟ ਕਿਵੇਂ ਹੋਏਗਾ ਉਹ ਵੀ ਬਕਾਇਦਾ ਸਾਰਾ ਦੱਸਿਆ ਜਾਵੇ ਨਾ, ਕਲੀਅਰ ਕੀਤਾ ਜਾਵੇ। ਜਦੋਂ ਹੋਏਗਾ ਉਦੋਂ ਕਰਾਂਗੇ। ਉਹ ਕੋਈ ਨਹੀਂ, ਜੱਟ ਖੇਤਾਂ 'ਚ ਪਏ ਰਹਿੰਦੇ ਨੇ, ਕੀ ਵਾਲੇ ਪ੍ਰਬੰਧਨ ਹੁੰਦਾ ਹੈ। ਇੱਕ ਰਾਜੇਵਾਲ ਸਾਹਿਬ, ਨਾਰਾਜ਼ਗੀ ਬਹੁਤ ਪਾਈ ਜਾ ਰਹੀ ਹੈ ਪੱਤਰਕਾਰ ਭਾਈਚਾਰੇ ਦੇ ਵੱਲੋਂ। ਅਸੀਂ ਹੁਣ ਚਾਹੁੰਦੇ ਸੀਗੇ ਵੀ ਮਾਈਕ ਪਹਿਲਾਂ ਰਜਿੰਦਰ ਸਿੰਘ ਜੀ ਦੀਪ ਸਿੰਘ ਵਾਲਾ ਦੇ ਹੱਥ 'ਚ ਫੜਾਇਆ ਜਾਵੇ ਤੇ ਉਹਨਾਂ ਨੂੰ ਇਹ ਕਿਹਾ ਜਾਵੇ ਹੱਥ ਜੋੜ ਕੇ ਵੀ ਅੱਜ ਤੁਸੀਂ ਸਾਡੀ ਇੰਟਰਵਿਊ ਲੈ ਲਓ ਪਹਿਲਾਂ, ਜੇ ਤੁਸੀਂ ਸਾਨੂੰ ਇੰਟਰਵਿਊ ਨਹੀਂ ਦੇਣੀ, ਕਿਉਂਕਿ ਅਸੀਂ ਫ੍ਰੀ ਪਾਇਆ ਉਹਨਾਂ ਨੂੰ। ਪਿੱਛੇ ਵੀ ਆਏ ਸਟੇਜ ਤੇ ਫ੍ਰੀ ਸਨ, ਹੋਰ 3-4 ਵਾਰ ਉਹਨਾਂ ਨੂੰ ਬੇਨਤੀ ਵੀ ਕੀਤੀ। ਦੇਖੋ, ਤੁਸੀਂ ਆਪਣੇ ਆਪ ਨੂੰ ਇੰਡੀਵਿਜੂਅਲ ਮੰਨ ਕੇ ਨਾ ਕਰ ਚਲੋ, ਦੂਸਰੇ ਬੰਦੇ ਨੂੰ ਵੀ ਸਮਝੋ ਵੀ ਉਹਦੀ ਕੋਈ ਮਜਬੂਰੀ ਹੈ। ਮੈਂ 80 ਸਾਲ ਦੇ ਨੇੜੇ ਢੁੱਕਿਆ, ਸਵੇਰ ਦਾ ਚੱਲਿਆ ਹੋਇਆ, ਵਾਪਸ ਵੀ ਮੁੜਨਾ ਹੈ, ਤੇ ਮੇਰੀ ਆਪਣੀ ਵੀ ਕੋਈ ਮਜਬੂਰੀ ਹੈ ਨਾ। ਜੇ ਮੈਂ ਫਰਜ਼ ਕਰ ਲਓ ਨਹੀਂ ਕੁਝ ਸੱਜਣਾਂ ਨੂੰ ਮਿਲ ਸਕਿਆ, ਇਹਦਾ ਮਤਲਬ ਇਹ ਨਹੀਂ ਵੀ ਮੇਰੇ 'ਚ ਕੋਈ ਨਾਰਾਜ਼ਗੀ ਹੈ ਮੈਨੂੰ ਤੁਹਾਡੇ ਪ੍ਰਤੀ। ਹਾਂ, ਤੁਸੀਂ ਹੋ ਜੋ ਤਾਂ ਮੈਂ ਕਹਿ ਨਹੀਂ ਸਕਦਾ, ਮੈਂ ਤਾਂ ਇੱਦਾਂ ਕਦੇ ਨਾਰਾਜ਼ ਨਹੀਂ ਹੁੰਦਾ। ਨਹੀਂ, ਜੇ ਰਜਿੰਦਰ ਸਿੰਘ ਜੀ ਦੀ ਗੱਲ ਕਰਦੇ ਹੋ, ਹਰ ਵਾਰ ਸਾਨੂੰ ਇਗਨੋਰ ਕਰ ਦਿੰਦੇ ਨੇ। ਰੁਲਤੂ ਸਿੰਘ ਜੀ ਤੁਹਾਡੇ ਕੋਲੇ ਬੈਠੇ ਆ, ਅਸੀਂ ਮੂੰਹ ਤੇ ਗੱਲ ਨਹੀਂ ਕਰ ਰਹੇ। ਹਰ ਵਾਰ ਜੇ 10 ਪੱਤਰਕਾਰ ਨੇ ਤੇ 10 ਨੂੰ ਇਹ ਇੰਟਰਵਿਊ ਦੇ ਕੇ ਜਾਂਦੇ ਨੇ। ਇਸ ਤਰ੍ਹਾਂ ਡੱਲੇਵਾਲ ਸਾਹਿਬ ਨੇ ਸਪੈਸ਼ਲ ਉਹਨਾਂ ਦੇ ਨਾਲ ਫੋਟੋ ਖਿਚਾਈਆਂ ਜਾ ਰਹੀਆਂ ਸੀਗੀਆਂ, ਤਾਂ ਫਿਰ ਵੀ ਉਹਨਾਂ ਨੇ ਫੋਟੋ ਵਾਲੇ ਨੂੰ ਰੋਕ ਕੇ ਸਾਨੂੰ ਇੰਟਰਵਿਊ ਦਿੱਤੀ ਆ। ਇਹ ਰਜਿੰਦਰ ਸਿੰਘ ਜੀ ਨੂੰ ਕੀ ਹੰਕਾਰ ਹੋ ਗਿਆ ਜਾਂ ਛਾਲਾ ਮਾਰਦੇ? ਉਹ ਜਵਾਬ ਬਿਲਕੁਲ ਜਵਾਬ ਉਹਨੂੰ ਦੇਣਾ ਚਾਹੀਦਾ ਹੈ। ਹੁਣ ਵੀ ਇੱਥੇ ਹੈ ਨਹੀਂਗੇ, ਫਿਰ ਮੈਂ ਕੀ ਕਹਿ ਸਕਦਾ? ਚਲ ਅਸੀਂ ਐਂ ਕਹਿਣਾ ਵੀ ਇੰਟਰਵਿਊ ਦੇਣੀ ਚਾਹੀਦੀ ਹੈ। ਚਲ ਇੰਨੀ ਗੱਲ ਅਸੀਂ ਕਹਿੰਦੇ ਇਹ ਆਪਾਂ ਨੂੰ ਬਾਹਰ ਕਿਉਂ ਨਹੀਂ ਕਰਾਇਆ ਜਾਂਦਾ ਜੀ? ਨਹੀਂ, ਇੱਦਾਂ ਨਹੀਂ। ਨਹੀਂ, ਚਲੋ ਮਹਾਰਾਜ ਅਸੀਂ ਕੋਈ ਤਰੀਕਾ ਅੰਦਰ ਲਿਆਂਦੇ ਇਹ ਸਮਝਾਉਣ ਦਾ ਤਾਂ ਤਰੀਕਾ ਹੋ ਬਾਹਰੋਂ ਸਕਦਾ ਕੋਈ ਜੀ। ਕਹੇ ਵੀ ਉਹਨੂੰ ਕੱਢ ਦਿਓ, ਰਾਜੇਵਾਲ ਸਾਹਿਬ ਸਮਝਾਇਆ ਤੇ ਜਾ ਸਕਦਾ ਨਾ, ਉਹ ਸਮਝਦੇ ਹੀ ਨਹੀਂ ਹੈਗੇ, ਹਰ ਵਾਰ ਸਾਨੂੰ ਇਗਨੋਰ ਕਰਦੇ ਆ। ਇਹ ਇੱਕ ਅਲੱਗ ਇਸ਼ੂ ਹੈ। ਅਸੀਂ ਸਾਡੀਆਂ ਜਥੇਬੰਦੀਆਂ ਦਾ ਇੱਕ ਸਮੂਹ ਹੈ ਜਿਹੜਾ ਕੰਮ ਕਰ ਰਿਹਾ ਹੈ। ਬਾਹਰੋਂ ਜੇ ਕੋਈ ਬਾਹਰ ਕਿਸੇ ਨੂੰ ਕੋਈ ਪ੍ਰੋਬਲਮ ਹੈਗੀ ਹੈ
ਅਸੀਂ ਮੈਨੂੰ ਮੇਰੀ ਆਪਣੀ ਜਥੇਬੰਦੀ ਹੈ, ਉਹਦੀ ਆਪਣੀ ਜਥੇਬੰਦੀ ਹੈ, ਮੈਨੂੰ ਕੋਈ ਅਧਿਕਾਰ ਨਹੀਂ ਮੈਂ ਉਹਨੂੰ ਕਹਾਂਗੇ ਨਿਕਲੋ ਬਾਹਰ। ਅਸੀਂ ਤਾਂ ਇਕੱਠੇ ਕਰ ਰਹੇ ਹਾਂ, ਅਸੀਂ ਬਾਹਰ ਕਿਵੇਂ ਕੱਢ ਦਈਏ ਕਿਸੇ ਨੂੰ? 50 ਸਾਲ ਤੁਸੀਂ ਲਾਏ ਨੇ, ਚੰਗਾ ਜਿਹੜਾ ਹੈਗਾ ਤੁਸੀਂ ਆਪਣਾ ਪ੍ਰਭਾਵ ਛੱਡਿਆ। ਤੁਹਾਡੇ ਜ਼ਿੰਦਗੀ ਦਾ ਤਜਰਬਾ ਕੁਝ ਸਾਡੇ ਪ੍ਰਤੀ ਲੱਗਦਾ ਹੈ ਤੁਹਾਨੂੰ ਵੀ ਕੋਈ ਨਾਰਾਜ਼ਗੀ ਹੈ ਤੁਹਾਡੇ ਮਨ 'ਚ, ਕੁਝ ਗੁੱਬ ਘਬਾਟ ਆਪਾਂ ਕੱਢ ਹੀ ਲਈਏ ਬੈਠ ਕੇ? ਨਾ ਇਹ ਤਾਂ ਤੁਹਾਡੇ ਹੋਊਗਾ, ਮੈਂ ਤਾਂ ਸਾਰੀ ਨਹੀਂ, ਤੁਸੀਂ ਸਾਨੂੰ ਸਵਾਲ ਕਰ ਦਿਓ, ਅਸੀਂ ਦੱਸ ਸਕਦੇ ਹਾਂ। ਮੈਂ ਕਿਉਂ ਸਵਾਲ ਕਰਾਂ? ਜੇ ਹੋਊਗਾ ਤਾਂ ਮੈਂ ਕਰੂੰਗਾ ਨਾ, ਹੈ ਹੀ ਨਹੀਂ ਜੇ। ਪਰ ਮੇਰੀ ਆਦਤ ਹੈ ਜੇ ਹੋਵੇ ਤਾਂ ਮੈਂ ਮੂੰਹ ਤੇ ਕਹਿ ਦੇਣਾ, ਮੈਂ ਆਪਣੇ ਕੋਲ ਨਹੀਂ ਰੱਖਦਾ। ਮੈਂ ਤਾਂ ਜਦ ਮੂੰਹ ਤੇ ਕਹਿ ਬਸ ਸਾਡੀ ਇਹੀ ਮੇਰੀ ਬੇਨਤੀ ਹੈ ਪ੍ਰੈਸ ਨਾਲ ਮੇਰੇ ਜਿੰਨੇ ਮੇਰੇ ਸਾਰੀ ਉਮਰ ਪ੍ਰੈਸ ਨਾਲ ਕੋਆਰਡੀਨੇਸ਼ਨ ਰਹੇ ਹੈ, ਮੈਂ ਕਹਿੰਦਾ ਸਭ ਦੇ ਰਹਿਣੇ ਚਾਹੀਦੇ ਹੈ। ਮੈਂ ਲਿਖਦਾ ਵੀ ਹਾਂ, ਮੈਨੂੰ ਦੇਖਿਆ ਹੋਣਾ ਆਮ ਤੌਰ 'ਤੇ ਅਜੀਬ ਪੰਜਾਬੀ ਟ੍ਰਿਬਿਊਨ ਮੈਂ ਲਿਖਦਾ ਵੀ ਹਾਂ। ਮੇਰਾ ਕਿਸੇ ਨਾਲ ਕਦੀ ਝਗੜਾ ਲਾਈਫ 'ਚ ਹੀ ਕਿਸੇ ਪੱਤਰਕਾਰ ਨਾਲ ਝਗੜਾ ਨਹੀਂ, ਤੁਹਾਡੀ ਗੱਲ ਨਹੀਂ ਜੀ ਕਰ ਰਹੇ, ਫਿਰ ਬਾਰ-ਬਾਰ ਕਹਿ ਰਹੇ ਹਾਂ ਰਜਿੰਦਰ ਸਿੰਘ ਜੀ ਨੂੰ ਸਮਝਾਇਆ ਜਾ ਸਕਦਾ ਸੀ। ਬਾਰ-ਬਾਰ ਕਿੰਨੀ ਵਾਰ ਕਹਿ ਚੁੱਕੇ, ਸੰਯੁਕਤ ਮੋਰਚਾ ਨੂੰ ਬਿਠਾ ਕੇ ਸਮਝਾਵੇ ਜੀ। ਹਰੇਕ ਦਾ ਆਪਣਾ ਸੁਭਾਅ ਹੈ, ਉਹਨਾਂ ਨੂੰ ਪੁੱਛ ਲਾਂਗੇ ਕੀ ਇਹਨੂੰ ਕੀ ਤਕਲੀਫ ਹੈ। ਪਰ ਉਹ ਇੱਕ ਆਪਣੀ ਇੰਡੀਪੈਂਡੈਂਟ ਜਥੇਬੰਦੀ ਹੈ ਜੀ, ਉਹਦੀ ਮੇਰੀ ਜਥੇਬੰਦੀ 'ਚ ਤਾਂ ਹੈ ਨਹੀਂ। ਜੇ ਮੇਰੀ ਜਥੇਬੰਦੀ ਦਾ ਕੋਈ ਅਹੁਦੇਦਾਰ ਹੈ ਮੈਨੂੰ ਦੱਸੋ, ਉਹਨੂੰ ਪੁੱਛ ਲਾਂਗੇ। ਰਾਜੇਵਾਲ ਸਾਹਿਬ, ਜੇ ਲੀਡਰਾਂ ਨੂੰ ਅਸੀਂ ਪੁੱਛਦੇ ਹਾਂ, ਲੀਡਰ ਏਕੇ ਦੀ ਗੱਲ ਕਰਦੇ ਆ, ਜਿਹੜੀਆਂ ਸਟੇਜ ਤੋਂ ਤਕਰੀਰਾਂ ਹੁੰਦੀਆਂ ਉਹ ਏਕੇ ਦੀਆਂ ਹੁੰਦੀਆਂ। ਲੱਖਾ ਸਿੰਘ ਸਿਧਾਣਾ ਏਕੇ ਦੀ ਗੱਲ ਕਰਦਾਗਾ, ਪਰ ਬਿਆਨਾਂ ਦੇ ਵਿੱਚ ਕੁਝ ਅਜਿਹਾ ਕੰਟਰੋਵਰਸ਼ਲ ਹੋ ਜਾਂਦਾਗਾ। ਅੱਜ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਨੇ ਮੈਨੂੰ ਆਫ ਰਿਕਾਰਡ ਕਿਹਾ ਵੀ ਤੂੰ ਕੱਲ ਲੱਖੇ ਦੀ ਇੰਟਰਵਿਊ ਕਰੀ ਆ, ਤੁਸੀਂ ਸਾਨੂੰ ਸਵਾਲ ਪੁੱਛਦੇ ਹੋ, ਉਹਦਾ ਤੁਸੀਂ ਭਾਸ਼ਣ ਰਿਕਾਰਡ ਕਰਦੇ ਹੋ, ਇਹ ਕਿਵੇਂ ਤੁਹਾਨੂੰ ਲੱਗਦਾ? ਤੁਸੀਂ ਉਹਨੂੰ ਪੁੱਛ ਲਓ। ਇਹ ਹੋਣਾ ਤੁਹਾਡਾ ਤਜਰਬਾ ਹੈਗਾ। ਉਹਦਾ ਸਵਾਲ ਨਹੀਂ ਮੈਂ ਤੁਹਾਡੀ ਇੰਟਰਵਿਊ ਮੈਂ ਸੁਣੀ ਹੈ, ਸਾਰੀ ਰਾਤ ਮੈਂ ਸਾਰੀ ਸੁਣੀ ਹੈ। ਕੋਈ ਇੰਟਰਵਿਊ 'ਚ ਮਾੜੀ ਗੱਲ ਨਹੀਂ, ਕੋਈ ਤੁਸੀਂ ਉਹ ਨਹੀਂ ਕਿਹਾ। ਇੰਟਰਵਿਊ ਲੱਖਾ ਵੀ ਦੇ ਸਕਦਾ, ਦੀਪ ਵੀ ਦੇ ਸਕਦਾ, ਉਹ ਤਾਂ ਕਿਸੇ ਨੂੰ ਕੋਈ ਰੁਕਾਵਟ ਨਹੀਂ। ਜਿੰਨਾ ਲੱਖਾ ਬੋਲ ਗਿਆ, ਮੈਂ ਕਹਿੰਦਾ ਦੀਪ ਤੂੰ 2 ਗੁਣਾ ਵੱਧ ਬੋਲ ਲੈ ਤੁਹਾਡੇ ਨਾਲ, ਤੁਸੀਂ ਕਿਹੜਾ ਬੋਲਣੋਂ ਹਟਾ ਦੋਗੇ? ਉਹ ਆਹ ਗੱਲ ਕਹਿਣ ਦੀ, ਮੇਰਾ ਕਹਿਣ ਦਾ ਮਤਲਬ ਇੰਟਰਵਿਊ ਹਰ ਇੱਕ ਬੰਦਾ ਦੇ ਸਕਦਾ, ਭਾਸ਼ਣ ਕਾਹਦਾ ਹੋਊਗਾ? ਲੀਡਰ ਦਾ ਬੋਲੂਗਾ ਵੀ ਸਾਨੂੰ ਆਹ ਦੁੱਖ ਤਕਲੀਫ ਹੈਗੀ। ਲੱਖੇ ਨੂੰ ਲੈ ਕੇ ਆਉਣ ਦੀ ਤਿਆਰੀ ਕਦੋਂ ਆ ਜੀ? ਕਿਉਂਕਿ ਲੋਕ ਸਾਨੂੰ ਸਵਾਲ ਕਰਦੇ ਨੇ, ਤੁਸੀਂ ਵੇਖੋ ਸਪੀਚ ਕਰਕੇ ਚਲੇ ਜਾਂਦੇ ਹੋ ਸਾਨੂੰ ਇੰਟਰਵਿਊ ਦੇ ਕੇ, ਜਿਹੜੀਆਂ ਸਾਨੂੰ ਗੱਲਾਂ ਟਰਾਲੀਆਂ ਵਿੱਚ ਬੈਠ ਕੇ ਸੁਣਨੀਆਂ ਪੈਂਦੀਆਂ ਉਹ ਅਸੀਂ ਜਾਣਦੇ ਹਾਂ। ਹਾਲੇ ਸਟਿਲ ਅੰਡਰ ਕੰਸੀਡਰੇਸ਼ਨ ਹੈ, ਇਹਨੂੰ ਹਾਲੇ ਇੱਥੇ ਰਹਿਣਾ ਜੀ, ਹਾਲੇ ਸਟਿਲ ਅੰਡਰ ਕੰਸੀਡਰੇਸ਼ਨ, ਹਾਲੇ ਇਹਨੂੰ ਇੱਥੇ ਰਹਿਣਾ। ਚਲੋ ਰਾਜੇਵਾਲ ਸਾਹਿਬ, ਆਪਾਂ ਗੱਲ ਕਰਦੇ ਹਾਂ ਬਈ ਸੰਸਦ ਘੇਰਨ ਦਾ ਜਿਹੜਾ ਪ੍ਰੋਗਰਾਮ ਪੱਕਾ ਬਣ ਚੁੱਕਿਆ। ਖੈਰ ਹਜੇ ਤਰੀਕ ਨਹੀਂ ਦਿੱਤੀ ਗਈ ਹੈਗੀ। 41 ਕਿਲੋਮੀਟਰ ਦਾ ਸਫ਼ਰ ਹੋਏਗਾ ਜੇ ਆਪਾਂ ਲਾਈਏ ਕੁੰਡਲੀ ਬਾਰਡਰ ਦੀ ਮੇਨ ਸਟੇਜ ਤੋਂ, ਜੇ ਮੈਪ ਤੇ ਆਪਾਂ ਚੈੱਕ ਕਰੀਏ 41 ਕਿਲੋਮੀਟਰ ਚੱਲ ਕੇ ਜਾਣਾ, ਉੱਥੋਂ ਫੇਰ ਵਾਪਸ ਚੱਲ ਕੇ ਆਉਣਾ। ਕੋਈ ਇੱਕ ਦਿਨ ਦੇ ਵਿੱਚ ਤੇ ਸਾਰਾ ਕੁਝ ਹੈ ਨਹੀਂ ਸਕਿਆ। ਨਹੀਂ ਇੱਕ ਮੈਨੂੰ ਕਰਾਂ ਬੇਨਤੀ ਆ ਸਾਡੀ, ਸੀ ਘੇਰਨ ਦਾ ਨਹੀਂ ਕਰਿਆ। ਉਹੀ ਗੱਲ ਆ ਨਾ ਵੀ ਤੁਸੀਂ ਕਿਹਾ ਸੀ ਲਾਲ ਕਿਲੇ ਤੇ ਜਾਵਾਂਗੇ, ਮਾੜੀ ਜੀ ਗੱਲ ਲੀਡਰ ਤੋਂ ਕਹਾ ਕੇ ਜਿਹੜੀ 26 ਤਰੀਕ ਨੂੰ ਹੋਈ ਹੈ, ਅਸੀਂ ਕੋਈ ਘੇਰਨ ਦਾ ਨਹੀਂ ਕਰਿਆ। ਸਮਝ ਅਸੀਂ ਮਾਰਚ ਦਾ, ਸਾਡਾ ਮਾਰਚ ਦਾ ਵੀ ਹਜੇ ਤੈਅ ਨਹੀਂ ਹੋਇਆ ਵੀ ਕਿਹੜੇ ਤਰੀਕੇ ਨਾਲ ਹੋਣਾ। ਅੱਜ ਰਾਜਾ ਸਾਹਿਬ ਤੋਂ ਕਹਾ ਲਓਗੇ ਸੀਨੀਅਰ ਲੀਡਰ ਸਾਡਾ ਵੀ ਤੁਸੀਂ ਉੱਥੇ ਕਹਿ ਕੇ ਅਸੀਂ ਘੇਰਾਂਗੇ, ਹੁਣ ਤੁਸੀਂ ਘੇਰਦੇ ਨਹੀਂ। ਸਾਡੀ ਇੱਕ ਬੇਨਤੀ ਹੈ, ਅਸੀਂ ਮਾਰਚ ਦਾ ਕਰਿਆ ਜੀ, ਘੇਰਨ ਦਾ ਨਹੀਂ ਕਰਿਆ। ਮੈਂ ਤੁਹਾਨੂੰ ਉੱਥੇ ਵੀ ਕਹਿਤਾ ਸੀ ਆਲੇ ਦੁਆਲੇ ਬੈਠੋਗੇ ਤੇ ਸਹੀ ਜਾ ਕੇ ਹਾਲੇ ਨਹੀਂ ਅਸੀਂ ਕਿਵੇਂ ਕਹਿ ਸਕਦੇ ਹਾਂ? ਹਾਲੇ ਕੋਈ ਕਿਵੇਂ ਜਾਣਾ ਹੈ, ਕੀ ਤਰੀਕਾ ਹੈ, ਇਹ ਹਾਲੇ ਕੁਝ ਤੈਅ ਨਹੀਂ ਹੋਇਆ। ਸਿਰਫ ਤੇ ਸਿਰਫ ਇੱਥੇ ਤੱਕ ਸੀਮਤ ਹੈ ਵੀ ਅਸੀਂ ਪਾਰਲੀਮੈਂਟ ਵੱਲ ਜਾਣਾ ਹੈ। ਜਾਣਾ ਉਸੇ ਨਹੀਂ ਕਿਹੜੀ ਕਹਿ ਰਹੇ ਹੋ ਜੀ, ਚੜੂਨੀ ਸਾਹਿਬ ਦਾ ਇਹ ਤੁਸੀਂ ਕਹਿ ਰਹੇ ਹੋ, ਮੈਂ ਨਹੀਂ ਸਾਹਿਬ ਦਾ ਕਹਿ ਰਹੇ ਨੇ ਅਸੀਂ ਬੈਰੀਕੇਡ ਵੀ ਪੱਟ ਰਹੇ ਹਾਂ ਪ੍ਰੈਸ ਕਾਨਫਰੰਸ। ਤਾਂ ਫਿਰ ਇੱਕ ਮੈਨੂੰ ਦੇ ਰਾਜਾ ਜਵਾਬ, ਇੱਕ ਗੱਲ ਸੁਣ ਲਓ। ਪਹਿਲਾਂ ਸਾਡੀ 32 ਜਿੱਥੇ ਤੈਅ ਹੁੰਦਾ, ਫਿਰ ਸਾਡਾ ਸੰਯੁਕਤ ਮੋਰਚੇ ਤੈਅ ਹੁੰਦਾ, ਫਿਰ ਜਿਹੜੀ ਤੁਹਾਨੂੰ ਪ੍ਰੈਸ ਨੂੰ ਗੱਲ ਕਹਿਤੀ ਸਾਰਿਆਂ ਨੇ ਬਹਿ ਕੇ ਉਹ ਪੱਕੀ ਹੋਊ। ਰਾਜਾ ਗੱਲਾਂ ਕੁਛ ਕਹੇ, ਜੇ ਤੁਸੀਂ ਗੱਲਾਂ ਕਰ, ਜੇ ਚੜੂਨੀ ਉਹਦੀ ਗੱਲ ਨਹੀਂ ਮੰਨੀ ਦੀ। ਕੋਈ ਤਾਂ ਕਹਿੰਦਾ ਢਾਹ ਦਾਂਗੇ ਦਿੱਲੀ ਨੂੰ, ਕੋਈ ਕਹਿੰਦਾ ਦਿੱਲੀ ਨੂੰ ਬਾਹਰ ਦਾਂਗੇ, ਉਹ ਥੋੜੀ ਉਹ ਪਾਸ ਹੋ ਜੂਗੀ। ਜਿੰਨਾ ਚਿਰ ਉੱਥੇ ਤੁਹਾਨੂੰ ਉੱਦੇ ਨਹੀਂ ਕਹਿੰਦੇ, ਜਿਹੜੀ ਤੁਹਾਨੂੰ ਉੱਦੇ ਕਹਿਤੀ, ਜੇ ਫੇਰ ਪਿੱਛੇ ਹਟ ਕੇ ਫਿਰ ਕਹਿੰਦੇ। ਯਾਨੀ ਕਿ ਰੁਲਦੂ ਸਾਹਿਬ ਜੀ, ਪਹਿਲਾਂ ਅਸੀਂ ਬਿਆਨ ਜਿੱਦਾਂ ਦੇ ਮਰਜ਼ੀ ਦੇ ਸਕਦੇ ਹਾਂ, ਉਸ ਤੋਂ ਬਾਅਦ ਦੇ ਵਿੱਚ ਫਿਰ ਬਾਅਦ 'ਚ ਇਕੱਠੇ ਹੋ ਕੇ ਸੰਯੁਕਤ ਮੋਰਚਾ ਫਿਰ ਫੈਸਲਾ। ਨਿੱਜੀ ਵਿਚਾਰ ਹੁੰਦੇ ਲੀਡਰ ਦੇ, ਮੇਰੇ ਵਿਚਾਰ ਨੇ ਹਜੇ ਤੱਕ ਮੇਰੇ ਮੰਨੇ ਗਏ। ਮੈਂ ਕਹਿੰਦਾ ਸਰਕਾਰ ਨਾਲ ਨਾ ਬਲਵਤਨ ਦਾ ਹੈਰ ਚਲਾ ਦਿਆ। ਮੈਂ 2 ਵਾਰ ਇੰਟਰਵਿਊ ਦਿੱਤੀ, ਮੈਂ ਚੰਡੀਗੜ੍ਹ ਪ੍ਰੈਸ ਕਾਨਫਰੰਸ ਵੀ ਕਰਿਆ, ਪਰ ਉਹ ਮੇਰੀ ਐਂ ਤਾਂ ਲਾਗੂ ਤਾਂ ਨਹੀਂ ਹੋ ਜੂਗੀ। ਲਾਗੂ ਤਾਂ ਜਿੱਦੇ ਸਾਰੀਆਂ 32 ਜਥੇਬੰਦੀਆਂ ਸਰਬਸੰਮਤੀ ਕਰ ਰਹੀਆਂ, ਫਿਰ ਸੰਯੁਕਤ ਮੋਰਚਾ ਸਰਬਸੰਮਤੀ ਕਰੋ। ਮੇਰੀ ਗੱਲ ਉੱਤੇ ਮੰਗੇ, ਮੇਰੀ ਤਮੰਨਾ ਹੈ, ਰਾਜਾ ਦੀ ਕਿਸੇ ਗੱਲ ਦੀ ਤਮੰਨਾ ਹੋ ਸਕਦੀ ਹੈ, ਕਿਸੇ ਵੀ ਲੀਡਰ ਦੀ ਕੋਈ ਤਮੰਨਾ ਤਾਂ ਅਸੀਂ ਬੋਲ ਸਕਦਾ ਨਾ, ਬੋਲਣ ਤਾਂ ਕੋਈ ਪਾਬੰਦੀ ਨਹੀਂ। ਪਰ ਮੇਰੀ ਇੱਕ ਗੱਲ ਸੁਣ ਲਓ, ਜਿਹੜੀ 32 'ਚ ਪਾਸ ਹੋ ਗਈ, ਫਿਰ ਸੰਯੁਕਤ ਮੋਰਚੇ 'ਚ ਪਾਸ ਹੋ ਗਈ, ਜਿਹੜੀ ਤੁਹਾਨੂੰ ਉੱਦੇ ਪ੍ਰੈਸ 'ਚ ਕਹਿਦੀ, ਜੇ ਉਸ ਗੱਲ ਤੋਂ ਭੱਜੇ ਨਾ ਭੱਜੇ। ਹੁਣ ਅਗਲੀ ਕਿਸਾਨੀ ਮੋਰਚੇ ਨੂੰ ਅੱਗੇ ਲੈ ਕੇ ਜਾਣ ਦੀ ਕੀ ਪਲੈਨਿੰਗ ਹੋਰ ਵਧੀਆ ਹੋਣੀ ਚਾਹੀਦੀ? ਕਿਉਂਕਿ ਲੋਕਾਂ 'ਚ ਅਸੀਂ ਵਿਚਰਦੇ ਹਾਂ, ਸਾਨੂੰ ਪਤਾ ਬਹੁਤ ਨਾਰਾਜ਼ਗੀ ਪਾਈ ਜਾ ਰਹੀ ਹੈ। ਤੁਹਾਨੂੰ ਕਹਿ ਤਾਂ ਦਿੱਤਾ ਵੀ ਹਾਲੇ ਸਟ੍ਰੈਟਜੀ ਤੈਅ ਕਰਨੀ ਹੈ, ਡੇਟ ਤੈਅ ਕਰਨੀ ਹੈ, ਉਹ ਅਸੀਂ ਪਹਿਲਾਂ ਕੀ ਕਹਿ ਦਈਏ ਜੀ? ਨਹੀਂ, ਜੇ ਆਪਾਂ ਉਹ ਚੀਜ਼ ਤੋਂ ਹਟ ਕੇ ਗਈਏ ਵੀ ਹੋਰ ਵਧੀਆ ਤਰੀਕੇ ਨਾਲ ਕਿਵੇਂ, ਫਿਰ ਉਹੀ ਇਹਨਾਂ ਵਾਲੀ ਗੱਲ ਹੈ ਵੀ ਸਾਡੇ ਮੂੰਹੋਂ ਕਹਾ ਕੇ ਫਿਰ ਸਾਨੂੰ ਫਸਾਉਂਦੇ। ਇਹਨਾਂ ਨੂੰ ਤੇ ਅਸੀਂ ਪਹਿਲਾਂ ਵੀ ਇਹ ਗੱਲ ਪੁੱਛ ਚੁੱਕੇ ਹਾਂ ਵੀ ਲੋਕ ਨੇ, ਜੇ ਤੁਸੀਂ ਲੋਕਾਂ 'ਚ ਵੀ ਉਹ ਕਹਿੰਦੇ ਸਾਡੇ ਕੋਲ ਲੀਡਰ ਇੱਕ ਵਾਰ ਵੀ ਨਹੀਂ ਸਵਾਲ ਕਰ ਲਓ, ਮੈਂ ਵੀ ਨਹੀਂ ਉਹਦੇ ਤੇ ਕੁਝ ਕਹਿਣਾ ਜਿੰਨੀ ਦੇਰ ਤੱਕ ਫੈਸਲਾ ਨਹੀਂ ਹੁੰਦਾ। ਨਹੀਂ, ਵੱਡਾ ਰੋਡ ਘੇਰਨਾ ਤਿੱਖਾ ਨਹੀਂ। ਮੇਰੀ ਗੱਲ ਮੈਂ ਬੇਨਤੀ ਕਰਦਾ ਪ੍ਰੈਸ ਨੂੰ, ਵੱਡਾ ਰੋਡ ਘੇਰਨਾ ਤਿੱਖਾ ਨਹੀਂ।
ਸੰਸਦ ਕੰਨੀ ਮਾਰਚ ਕਰਨਾ ਤਿੱਖਾ ਨਹੀਂ ਕਿ ਡੰਡੋ ਡੰਡੀ ਦਿਖਾਉਂਦਾ ਹੈ? ਨਹੀਂ ਤਿੱਖਾ ਹੈਗਾ ਜੇ ਤਾਂ ਦੇਖ ਲਓ, ਜੇ ਪ੍ਰੈਸ ਇਹ ਚਾਹੁੰਦੀ ਹੈ ਵੀ ਡੰਡੋ ਡੰਡੀ ਹੋ ਕੇ ਦਿਖਾਉਂਦਾ ਹੈ, ਫਿਰ ਕਦੇ ਆਪਾਂ ਬਹਿ ਕੇ ਵਿਚਾਰ ਲਾਂਗੇ। ਤੁਸੀਂ ਵੀ ਕਿਸਾਨ ਹੋ, ਤੁਸੀਂ ਵੀ ਖੇਤੀ ਕਰਦੇ ਹੋ, ਕੋਈ ਗੱਲ ਨਹੀਂ, ਫਿਰ ਤੁਹਾਨੂੰ ਕਹਾਂਗੇ ਵੀ ਹੁਣ ਨਾਲ ਹੀ ਆ ਜਾਓ, ਦੇਖੀ ਜਾਓ। ਰਾਜੇਵਾਲ ਸਾਹਿਬ, ਇੱਕ ਹਰਜੀਤ ਗਰੇਵਾਲ ਦੀ ਰਿਕਾਰਡਿੰਗ ਵਾਲੀ ਗੱਲ ਸਾਹਮਣੇ ਆਉਂਦੀ ਆ ਆਏ ਦਿਨ। ਜਿਹੜੇ ਬੀਜੇਪੀ ਦੇ ਆਗੂ ਆ, ਚਾਹੇ ਸੁਰਜੀਤ ਕੁਮਾਰ ਜੈਣੀ ਹੋਣ, ਚਾਹੇ ਗਰੇਵਾਲ ਸਾਹਿਬ ਹੋਣ, ਕਹੇ ਜੇ ਬੰਦੇ ਬਾਰੇ ਮੇਰੇ ਕੋਲ ਕਮੈਂਟ ਮੰਗਦੇ ਹੋ, ਉਹ ਤਾਂ ਕੀ ਕਹੋ ਨੇ ਉਹਦੇ ਬਾਰੇ। ਉਹ ਤਾਂ ਮੈਨੂੰ ਵੀ ਕਹਿ ਗਿਆ ਵੀ ਇਹਦੇ ਘਰ ਵਾਲੀ ਹੈ ਕਿ ਉਹਨੂੰ ਘਰ ਨਹੀਂ ਕੋਈ ਬਣਦੀ, ਕਹਿੰਦਾ ਨਹੀਂ ਹੈ ਨਾ ਉਹਨਾਂ ਨੂੰ ਕੋਈ ਉੱਥੇ ਪੁੱਛਦਾ ਹੈ, ਨਾ ਕੋਈ ਉਹਨਾਂ ਨੂੰ ਉੱਥੇ ਪੁੱਛਦਾ ਹੈ। ਆ ਜਿਹੜੇ ਪੰਜਾਬ ਵਾਲੇ ਨੇ ਨਾ, ਤਾਂ ਦਵਾਨੀ ਮੁੱਲ ਨਹੀਂ, ਇੱਥੇ ਪ੍ਰੈਸ ਵਿੱਚ ਬਿਆਨ ਦੇ ਕੇ ਜਿਉਂਦੇ ਨੇ। ਕਾਹਨੂੰ ਮੇਰੇ ਕੋਲ ਕਹੋਨੇ ਉਹਦੇ ਬਾਰੇ ਕੁਝ। ਸੈਂਟਰ ਗਵਰਨਮੈਂਟ ਦੇ ਨਾਲ ਕੋਈ ਗੱਲਬਾਤ ਉਹਨਾਂ ਦੀ ਕੋਈ ਨਹੀਂ ਹੈ, ਉਹਨਾਂ ਦੀ ਤਾਂ ਕੋਈ ਕੀਮਤ ਹੀ ਨਹੀਂ ਹੈ। ਐਵੇਂ ਝੂਠੇ ਤੇ ਬਾਹਰ ਮਾਰੀ ਜਾਣ। ਰਾਜੇਵਾਲ ਸਾਹਿਬ ਕੋਈ ਫੋਨ ਲੱਭਿਆ ਮੋਦੀ ਦਾ ਜਾਂ ਨਹੀਂ ਲੱਭਿਆ? ਤੁਸੀਂ ਲੱਭਿਆ ਹਾਲੇ ਨਹੀਂ ਲੱਭਿਆ, ਹਾਲੇ ਨਹੀਂ। ਅਸੀਂ ਤਾਂ ਉਹਦੇ ਮਗਰ ਬੰਗਾਲ 'ਚ ਭੱਜੇ ਫਿਰਦੇ ਆ, ਉੱਥੇ ਨਹੀਂ ਲੱਭਦਾ ਉਹ ਸਾਨੂੰ। ਕੀ ਲੱਗਦਾ ਬੰਗਾਲ ਦੇ ਵਿੱਚ ਵੀ ਜਾ ਕੇ ਆਏ ਹੋ ਤੁਸੀਂ, ਕਿੱਦਾਂ ਦਾ ਮਾਹੌਲ ਜੇ ਆਪਾਂ ਅੱਜ ਬੈਠ ਕੇ ਇੱਥੇ ਗੱਲ ਕਰੀਏ? ਲੱਗਦਾ ਇਹ ਹੈ ਵੀ ਉੱਥੇ ਲੂਜ਼ ਕਰਦੇ ਜੀ, ਇਹ ਹਾਰਨਗੇ ਉੱਥੇ ਭਾਜਪਾ ਵਾਲੇ। ਇੱਕ ਰਾਜੇਵਾਲ ਸਾਹਿਬ, ਜਿਹੜਾ ਬਾਰਦਾਨਾ ਘੱਟ ਆ ਰਿਹਾ ਹੈਗਾ, ਸਿੱਧੀ ਅਦਾਇਗੀ ਦੀ ਗੱਲ ਹੋਈ ਆ, ਇਹਦੇ ਤੇ ਕੀ ਰਹੂਗਾ? ਦੇਖੋ ਇਹਨੂੰ ਟੋਟਲ ਸਥਿਤੀ ਨੂੰ ਟੋਟਲ ਸਮਝਣ ਦੀ ਕੋਸ਼ਿਸ਼ ਕਰੋ। ਮੈਂ ਉੱਥੇ ਵੀ ਕਿਹਾ ਸੀ ਵੀ ਪਹਿਲਾਂ ਜੇ ਅਸੀਂ ਹਾਫ ਫੂਕ ਗੱਲ ਕਰੀਏ ਨਾ, ਫਿਰ ਉਹਦੇ ਮੈਸੇਜ ਗਲਤ ਚਲਾ ਜਾਂਦਾ। ਰਿਐਲਿਟੀ ਇਹ ਹੈ ਵੀ ਸਰਕਾਰ ਜਿਹੜੀ ਮੂਵ ਕਰ ਰਹੀ ਹੈ, ਉਹ ਸ਼ਾਂਤਾ ਕੁਮਾਰ ਕਮੇਟੀ ਦੀ ਰਿਪੋਰਟ ਅਨੁਸਾਰ ਸ਼ਾਂਤਾ ਕੁਮਾਰ ਕਮੇਟੀ ਨੇ ਕਹਿ ਦਿੱਤਾ ਵੀ FCI ਇੱਕ ਭ੍ਰਿਸ਼ਟ ਹਾਥੀ ਹੈ, ਸਰਕਾਰ ਨੂੰ ਇਹਨੂੰ ਡਿਸਬੈਂਡ ਕਰ ਦੇਣਾ ਚਾਹੀਦਾ। ਹੁਣ ਡਿਸਬੈਂਡ ਕਰਨ ਦੇ ਮਾਅਨੇ ਕੀ ਹੈ? ਜੇ FCI ਡਿਸਬੈਂਡ ਹੋ ਗਈ ਤਾਂ ਪ੍ਰੋਕਿਊਰਮੈਂਟ ਬੰਦ ਹੋਊ, FCI ਡਿਸਬੈਂਡ ਹੋ ਗਈ ਤਾਂ PDS ਬੰਦ ਹੋਊ, ਜਿਹੜਾ ਗਰੀਬਾਂ ਨੂੰ ਆਟਾ ਦਾਲ ਮਿਲਦਾ ਉਹ ਬੰਦ ਹੋਊ। FCI ਡਿਸਬੈਂਡ ਅਨਾਜ ਦੀ ਖਰੀਦ ਵਿੱਚ ਕੋਈ ਪ੍ਰਾਈਵੇਟ ਪਾਰਟੀ ਆਊ, ਗੱਲ ਤਾਂ ਫਿਰ ਉੱਥੇ ਹੀ ਆ ਕੇ ਘੁੰਮਾ ਕੇ ਜਿਹੜੀ ਕਰਨਾ। ਸਰਕਾਰ ਹਰ ਗੱਲ ਘੁਮਾ ਕੇ ਕਾਰਪੋਰੇਟ ਹਾਊਸਿਸ ਦੇ ਹਵਾਲੇ ਕਰਨਾ ਚਾਹੁੰਦੀ ਹੈ। ਇਸ ਵੇਲੇ ਐਸਾ ਜੇ ਬਿਜ਼ਨਸ ਪੁਆਇੰਟ ਆਫ ਵਿਊ ਨਾਲ ਦੇਖਿਆ ਜਾਵੇ, ਜਿਹੜੀ ਸਾਡੀ ਹੈਗੀ ਹੈ ਨਾ ਇਹਨਾਂ ਦੀ ਬਿਜ਼ਨਸ ਲੌਬੀ ਕਾਰਪੋਰੇਟ ਹਾਊਸਿਸ ਦੀ, ਸਭ ਦੇ ਮੂੰਹ 'ਚ ਪਾਣੀ ਆਇਆ ਹੋਇਆ ਹੈ। ਰਿਪੋਰਟਸ ਨੇ ਵੀ ਕਲਾਈਮੇਟ ਚੇਂਜ ਦੀ ਵਜ੍ਹਾ ਕਰਕੇ ਦੁਨੀਆ 'ਚ ਆਉਣ ਵਾਲੇ 25-30 ਸਾਲ ਫੂਡ ਸ਼ਾਰਟੇਜ ਰਹਿਣੀ ਹੈ। ਇਹਦੇ ਨਾਲ ਇੱਕ ਭਗਦੜ ਹੈ। ਅਸੀਂ ਪੰਜਾਬ 'ਚ ਸਾਡੀ ਸਮੱਸਿਆ ਵੀ ਆਰ ਲੈਂਡਲੌਕਡ ਸਟੇਟ, ਸਾਨੂੰ ਸਮੁੰਦਰ ਨਹੀਂ ਲੱਗਦਾ। ਇੱਧਰ ਪਾਕਿਸਤਾਨ ਸਾਡੇ ਬੰਦ ਕੀਤਾ ਹੋਇਆ ਹੈ। ਇਹ ਅੱਜ ਮਿਡਲ ਈਸਟ ਕੰਟਰੀਜ਼ 20-30 ਲੱਖ ਟਨ ਕਣਕ ਤੇ ਚੌਲ ਮੰਗਦੇ ਨੇ ਕਿ ਸਾਡੇ ਨਾਲ ਐਗਰੀਮੈਂਟ ਕਰੋ, ਲਗਾਤਾਰ ਕੈਸ ਸਾਲ ਸਾਨੂੰ ਸਪਲਾਈ ਕਰੋਗੇ। ਪਰ ਅਸੀਂ ਕਿਵੇਂ ਸਪਲਾਈ ਕਰਦੇ ਹਾਂ? ਸਾਡੇ ਤੋਂ ਮਹਿੰਗਾ ਬਹੁਤ ਪੈਂਦਾ। ਜਾਂ ਤਾਂ ਸਾਨੂੰ ਪਾਕਿਸਤਾਨ ਵਾਲਾ ਪਾਸਾ ਖੋਲ੍ਹ ਦੇਣ, ਇੱਧਰੋਂ ਅਸੀਂ ਬਾਈ ਟ੍ਰੇਨ ਸਪਲਾਈ ਕਰਦੇ। ਪਾਕਿਸਤਾਨ 'ਚ 3000 ਰੁਪਏ ਕਣਕ ਵਿਕਦੀ ਹੈ। ਸਾਡੀ ਸਮੱਸਿਆ ਨਹੀਂ। ਸਰਕਾਰ ਸਾਨੂੰ ਪਰੇਸ਼ਾਨ ਕਰਕੇ ਪੰਜਾਬ ਨੂੰ ਕਾਰਪੋਰੇਟਸ ਨੂੰ ਲਿਆਉਣਾ ਚਾਹੁੰਦੀ ਹੈ। ਉਹਦੇ ਲਈ ਤਰ੍ਹਾਂ ਦੇ ਹੱਥਕੰਡੇ ਨੇ। ਉਹਦੇ ਲਈ ਉਹ ਬਾਰਦਾਨੇ ਦਾ, ਉਹਦੇ ਲਈ ਬਾਰਦਾਨਾ ਸੈਂਟਰਲ ਗਵਰਨਮੈਂਟ ਕੰਟਰੋਲ ਕਰਦੀ ਹੈ। ਜਿਹੜਾ ਜੂਟ ਹੈ, ਜੂਟ ਇੰਡਸਟਰੀ, ਉਹ ਸੈਂਟਰਲ ਗਵਰਨਮੈਂਟ ਦੇ ਕੰਟਰੋਲ 'ਚ ਹੈ। ਉਹ ਸਟੇਟ ਦੇ ਹੱਥ 'ਚ ਕੁਝ ਨਹੀਂ। ਉਹਨਾਂ ਨੇ ਐਲੋਕੇਟ ਕਰਨਾ ਵੀ ਇੰਨਾ ਬਾਰਦਾਨਾ ਦਿੱਤਾ ਤਾਂ ਮਿਲੂਗਾ, ਨਹੀਂ ਮਿਲਣਾ ਨਹੀਂ। ਹੁਣ ਉਹ ਨਹੀਂ ਦੇ ਰਹੇ। ਪੰਜਾਬ ਨੂੰ ਅੱਗੇ ਵੀ ਤਾਂ ਦਿੰਦੇ ਸੀ, ਕਿਉਂਕਿ ਇਸ ਵਾਰੀ ਉਹਨਾਂ ਨੇ ਮਨ ਬਣਾ ਲਿਆ ਵੀ ਆਹ ਐਜੀਟੇਸ਼ਨ ਚੱਲਦੀ ਹੈ, ਇਹਦਾ ਆਧਾਰ ਪੰਜਾਬ ਹੈ। ਜਿੰਨਾ ਇਹਨਾਂ ਨੂੰ ਖੱਜਲ ਖੁਆਰ ਕੀਤਾ ਜਾ ਸਕਦਾ ਕਰੋ। ਇਹ ਪ੍ਰੈਸ਼ਰ ਬਿਲਡ ਕਰਨ ਦੇ ਟੈਕਟਿਕਸ ਨੇ। ਰਾਜਨੀਤਿਕ ਤਸਵੀਰ ਕਿਵੇਂ ਦੇਖ ਰਹੇ ਹੋ? ਰੈਲੀਆਂ ਦੇ ਵਿੱਚ ਉਨਾ ਇਕੱਠ ਹੋ ਰਿਹਾ ਹੈਗਾ, ਖਾਸ ਕਰਕੇ ਜਿਹੜਾ ਸ਼ਹਿਰੀ ਵਰਗ ਆ, ਅੰਦੋਲਨ ਦਾ ਕੋਈ ਇਫੈਕਟ ਹੈਗਾ ਉਹ 'ਤੇ? ਕਿਉਂਕਿ MC ਇਲੈਕਸ਼ਨ ਦੇ ਵਿੱਚ ਉਹੀ ਸਾਰਾ ਕੁਝ ਚੱਲਿਆ ਜਿਹੜਾ ਪਹਿਲਾਂ ਸੀਗਾ। ਜਿਹੜਾ ਸ਼ਹਿਰੀ ਫੈਕਟਰ ਆ, ਇਹਦੇ ਵਿੱਚ ਕਿਤੇ ਨਾ ਕਿਤੇ ਜਥੇਬੰਦੀਆਂ ਦੀ ਕਮੀ ਰਹੇਗੀ ਜਾਂ ਇਹਦੇ 'ਤੇ ਵਰਕਆਊਟ ਚੱਲ ਰਿਹਾ? ਨਹੀਂ, ਕੋਈ ਇੱਦਾਂ ਦੀ ਨਹੀਂ ਜਥੇਬੰਦੀਆਂ ਦੀ ਕਮੀ ਨਹੀਂ। ਜੇ ਤੁਸੀਂ ਦੇਖੋ ਸ਼ਹਿਰਾਂ ਦੇ ਵਿੱਚ ਵੀ ਆਮ ਆਦਮੀ ਸੋਚਣ ਲੱਗ ਪਿਆ ਖੇਤੀ ਸਾਡੀ ਇਕਨੋਮੀ ਦਾ ਧੁਰ ਹੈ। ਜੇ ਖੇਤੀ ਨਹੀਂ ਬਚਣੀ ਤਾਂ ਬਿਜ਼ਨਸ ਨਹੀਂ ਬਚਣਾ। ਜੇ ਖੇਤੀ ਨਹੀਂ ਬਚਣੀ ਤਾਂ ਇੰਡਸਟਰੀ ਨਹੀਂ ਬਚਣੀ। ਜੇ ਖੇਤੀ ਨਹੀਂ ਬਚਣੀ ਤਾਂ ਮਹਿੰਗਾਈ ਕੰਟਰੋਲ 'ਚ ਨਹੀਂ ਰਹਿਣੀ। ਜੇ ਖੇਤੀ ਨਹੀਂ ਬਚਣੀ ਤਾਂ ਆਮ ਆਦਮੀ ਨੇ ਵੀ ਨਹੀਂ ਬਚਣਾ। ਇਸ ਕਰਕੇ ਸਾਰੇ ਲੋਕ ਇਸ ਗੱਲੋਂ ਚਿੰਤਤ ਨੇ। ਔਰ ਪੰਜਾਬ ਨੂੰ ਇੱਕ ਮੈਂ ਇਹ ਕਹਾਂਗਾ, ਬਾਕੀ ਤਾਂ ਜੋ ਮਰਜ਼ੀ ਹੋਵੇ, ਸ਼ਹਿਰਾਂ 'ਚ ਜੋ ਮਰਜ਼ੀ ਹੋਵੇ, ਪੰਜਾਬ ਦੇ ਪਿੰਡਾਂ 'ਚ ਵੀ ਲੋਕ ਗੱਲ ਸਮਝਣ ਲੱਗ ਪਏ। ਇੰਨੀ ਅਵੇਅਰਨੈਸ ਹਾਲੇ ਸਾਰੇ ਦੇਸ਼ ਦੇ ਪਿੰਡਾਂ 'ਚ ਨਹੀਂ ਹੋਈ। ਅਸੀਂ ਜਾ ਕੇ ਬੰਗਾਲ 'ਚ ਚਿੱਠੀ ਰਿਲੀਜ਼ ਕਰਤੀ ਵੀ ਉੱਥੇ ਅਸੀਂ ਇੰਨੀ ਦੇਰ ਤੇ ਬੈਠੇ ਹਾਂ ਵੀ ਇੰਨੇ ਕਿਸਾਨ ਸ਼ਹੀਦ ਹੋ ਗਏ, ਸਰਕਾਰ ਗੌਰ ਨਹੀਂ ਕਰਦੀ ਅਤੇ ਤੁਸੀਂ ਸਾਡੇ ਭਰਾ ਹੋ, ਇਹ ਤੁਸੀਂ ਸਾਨੂੰ ਦੇਖੋ, ਤੁਸੀਂ ਉਹ ਸਰਕਾਰ ਇੱਥੋਂ ਭੱਜ ਕੇ ਇੱਥੇ ਆ ਗਈ, ਤੁਸੀਂ ਇਹਨਾਂ ਨੂੰ ਮੂੰਹ ਨਾ ਲਾਓ। ਅਸੀਂ ਉਦੋਂ ਤੱਕ ਘਰ ਨਹੀਂ ਜਾ ਸਕਦੇ ਜਦੋਂ ਤੱਕ ਸਾਨੂੰ ਇਹ ਫੈਸਲਾ ਨਹੀਂ ਕਰਦੇ। ਕੀ ਤੁਸੀਂ ਚਾਹੁੰਦੇ ਹੋ ਵੀ ਅਸੀਂ ਉੱਥੇ ਬੈਠੇ ਰਹੀਏ? ਅਸੀਂ ਠੰਡ ਕੱਢਦੀ ਹੈ। ਜੋ ਟੱਚਿੰਗ ਦੀ ਲੈਂਗੁਏਜ ਸੀ, ਉਹਦਾ ਅਸਰ ਇਹ ਹੋਇਆ ਵੀ ਉੱਥੇ ਇੱਕ ਜਿਵੇਂ ਹਨੇਰੀ ਆ ਜਾਂਦੀ ਹੈ, ਇੱਦਾਂ ਹੋ ਗਿਆ। ਇੰਨੇ ਪਿੰਡਾਂ 'ਚ ਸਾਡੇ ਕੋਲ ਕਿਹੜਾ ਸਾਧਨ ਨਹੀਂ ਜਾਣ ਨੂੰ, ਨਾ ਉੱਥੇ ਇੰਨਾ ਕੁਛ ਹੁੰਦਾ। ਔਰ ਇੱਕ ਇੰਟਲੈਕਚੁਅਲਸ ਦੀ ਮੀਟਿੰਗ ਹੋਈ। ਉਸ ਮੀਟਿੰਗ ਵਿੱਚ ਕੋਈ 250 ਇੰਟਲੈਕਚੁਅਲ ਸੀਗੇ।
ਉਹਨਾਂ ਨੂੰ ਮੈਂ ਅਪੀਲ ਕੀਤੀ ਵੀ ਸਾਡੇ ਕੋਈ ਇੰਨੇ ਸਾਧਨ ਨਹੀਂ ਹੈਗੇ, ਆਹ ਜਿਹੜਾ ਅਸੀਂ ਚਿੱਠੀ ਕੱਢੀ ਹੈ ਇਹਦੀ ਕੋਈ 5000 ਕੋਈ 10000 ਕਾਪੀ ਕਰਵਾ ਕੇ ਅੱਗੇ ਵੰਡ ਸਕਦੇ ਹੋ। ਉੱਥੇ ਬਹੁਤ ਸਾਰੇ ਬੰਦੇ ਨੇ, ਕਿਸੇ ਨੇ ਕਿਹਾ ਮੈਂ 50000 ਛਪਾਊਂ, ਕਿਸੇ ਨੇ ਕਿਹਾ ਮੈਂ ਲੱਖ ਛਪਾਊਂ। ਮਤਲਬ ਉਹਦਾ ਜੋ ਸਾਨੂੰ ਫੀਡਬੈਕ ਮਿਲ ਰਹੀ ਹੈ, ਬਾਕੀ ਤਾਂ ਸਮਾਂ ਦੱਸੂ। ਬੀਜੇਪੀ ਉੱਥੇ ਜਿੱਦੀ ਨਹੀਂ, ਜਿਹੜੀ ਬੀਜੇਪੀ ਆਸਾਮ 'ਚ ਵੀ ਲੂਜ਼ ਕਰਦੀ। ਸਿੱਧੀ ਤੈਕੀ ਦੀ ਜੇ ਆਪਾਂ ਗੱਲ ਕਰਦੇ ਹਾਂ, ਕੈਪਟਨ ਸਰਕਾਰ ਦੇ ਵੱਲੋਂ ਵੀ ਜਿਹੜੀ ਹੈ ਕੇਂਦਰ ਸਰਕਾਰ ਨੂੰ ਚਿੱਠੀ ਪਾਈ ਗਈ ਹੈ, ਭਾਈਵਾਲ ਬਣਨਾ ਚਾਹੁੰਦੀ ਹੈ ਕੈਪਟਨ ਸਰਕਾਰ, ਕਿਵੇਂ ਲੱਗਦਾ ਹੈ? ਨਹੀਂ, ਫਿਰ ਮੈਂ ਉੱਥੇ ਹੀ ਆਉਣਾ। ਇਸ ਸਾਰੇ ਸਿਸਟਮ ਨੂੰ ਸਮਝੋ ਕੀ ਹੈ, ਪ੍ਰੋਕਿਊਰਮੈਂਟ ਦਾ ਸਿਸਟਮ ਕੀ ਹੈ, ਔਰ ਉਹ ਕਿੱਦਾਂ ਫਿਰ ਮੂਵਮੈਂਟ ਹੋਈ ਹੈ। ਜਿਹੜੀਆਂ ਸਟੇਟ ਏਜੰਸੀਜ਼ ਨੇ, ਦੇ ਪਰਚੇਜ਼ ਫॉर ਐਫਸੀਆਈ, ਦੇ ਡੋਂਟ ਪਰਚੇਜ਼ ਫॉर ਦੈਮਸੈਲਵਸ। ਅਸੀਂ ਤਾਂ, ਔਰ ਸਾਡੀ ਪੰਜਾਬ ਦੀ ਸਥਿਤੀ ਬਾਕੀ ਸਟੇਟਾਂ ਨੂੰ ਇੱਕ ਅਲੱਗ ਹੈ। ਵੀ ਹੈਵ ਮਾਰਕੀਟੇਬਲ ਸਰਪਲਸ, ਦੂਜਿਆਂ ਕੋਲ ਸਰਪਲਸ ਹੈ। ਮਾਰਕੀਟੇਬਲ ਸਰਪਲਸ ਔਰ ਸਰਪਲਸ 'ਚ ਇੱਕ ਫਰਕ ਹੈ। ਅਸੀਂ ਜਦੋਂ ਫਸਲ ਆਉਂਦੀ ਹੈ, ਕਣਕ ਆਪਣੇ ਖਾਣ ਜੋਗੀ ਘਰ ਰੱਖ ਲੈਣੀ ਹੈ, ਬਾਕੀ ਦੀ ਅਸੀਂ ਮੰਡੀ 'ਚ ਵੇਚਣੀ ਹੈ, ਮਾਰਕੀਟੇਬਲ ਸਰਪਲਸ ਹੈ। ਬਾਹਰ ਕੀ ਕਰਦੇ ਨੇ, ਉਹ ਸਾਰੀ ਦੀ ਸਾਰੀ ਵੇਚਦੇ ਨੇ, ਬਾਅਦ ਮੁੱਲ ਲੈ ਕੇ ਖਾਂਦੇ ਨੇ। ਅਤੇ ਸਾਡੇ ਕੋਲ ਮਾਰਕੀਟੇਬਲ ਸਰਪਲਸ ਇੰਨਾ ਜ਼ਿਆਦਾ ਹੈ, 135 ਲੱਖ ਟਨ ਕਣਕ ਹੁੰਦੀ ਹੈ, 185-86 ਲੱਖ ਟਨ ਝੋਨਾ ਹੁੰਦਾ ਹੈ। ਲੈਂਡਲੌਰਡ ਸਟੇਟ ਹੈ, ਰਿਸੋਰਸਿਸ ਸਾਡੇ ਲਿਮਟਿਡ ਨੇ, ਅਸੀਂ ਡਿਪੈਂਡੈਂਟ ਹਾਂ। ਜਿਹੜੀ CCL ਲਿਮਟ ਆ ਸਾਨੂੰ ਮਿਲ ਜੂ, ਕਿਉਂਕਿ ਕਮਰਸ਼ੀਅਲ ਕੰਮ ਹੈ, ਬੈਂਕ ਨੇ, ਅਸੀਂ ਉਹਨੂੰ ਗਰੰਟੀ ਦੇ ਦਈਏ, ਬੈਂਕ ਨੇ ਸਾਨੂੰ ਦੇਣੀ ਹੈ। ਪਰ ਉਹ ਉਦੋਂ ਤੱਕ ਕਲੀਅਰ ਨਹੀਂ ਹੋਣੀ ਜਦੋਂ ਤੱਕ ਉਹ ਸਟਾਕ ਨੂੰ ਚੱਕਦੀ ਨਹੀਂ FCI ਉਹ ਬੰਦ ਕਰਨ ਲੱਗੇ ਨੇ। ਫਿਰ ਉੱਥੇ ਹੀ ਆ ਗਈ ਗੱਲ, FCI ਨੂੰ ਬੰਦ ਕਰਨ ਲੱਗੇ ਨੇ। ਜੇ ਖਰੀਦ ਕੇ ਰੱਖ ਵੀ ਲੈਣ ਤਾਂ ਦੋ ਹੀ ਤਰੀਕੇ ਨੇ, ਇਹਨਾਂ ਨੂੰ ਡਿਸਪੋਜ਼ ਆਫ ਤਾਂ ਕਰਨੀ ਹੈ ਨਾ। ਜਿੰਨੀ ਦੇਰ ਡਿਸਪੋਜ਼ ਆਫ ਨਹੀਂ ਕਰਦੇ, ਇਹਨਾਂ ਦੀ CCL ਲਿਮਟ ਨਹੀਂ ਕਲੀਅਰ ਹੁੰਦੀ। CCL ਲਿਮਟ ਨਹੀਂ ਕਲੀਅਰ ਹੁੰਦੀ, ਸਟੇਟ ਦੇ ਭਾਰ ਪੈਂਦਾ, ਵਿਆਜ ਪੈਂਦਾ, ਸਟੇਟ ਡੁੱਬਦੀ ਹੈ। ਦੋ ਹੀ ਤਰੀਕੇ ਨੇ, ਜਾਂ ਤਾਂ ਸਰਕਾਰ ਕਹੇ ਵੀ ਲਓ ਜੀ ਤੁਹਾਨੂੰ ਖੋਲ੍ਹ ਤਾਂ ਪਾਕਿਸਤਾਨ ਐਕਸਪੋਰਟ ਕਰ ਲਓ, ਸਾਡਾ ਮਸਲਾ ਹੱਲ ਹੈ। ਮਿਡਲ ਈਸਟ ਨੂੰ ਅਸੀਂ ਇੱਥੋਂ ਹੀ ਠੇਕਾ ਕਰ ਲਾਂਗੇ ਵੀ ਲੈ ਲਓ ਭਾਈ ਸਾਡੇ ਕੋਲ। ਜੇ ਦੂਜਾ ਤਰੀਕਾ ਉਹ ਆਪ ਖਰੀਦਣ। ਤੇ ਇਹ ਸਾਰੀਆਂ ਚੀਜ਼ਾਂ ਨਾ, ਇਹ ਸਮਝਦੇ ਨੇ ਅਸੀਂ ਇੰਟਰਲਿੰਕਡ ਨੇ ਇੱਕ ਦੂਜੇ ਨਾਲ। ਇਹ ਸਾਰੀ ਟੋਟਲ ਪ੍ਰੋਬਲਮ ਸਰਕਾਰ ਦੀ ਜਿਹੜੀ ਹੈਗੀ ਨਾ, ਕਾਰਪੋਰੇਟਸ ਨੂੰ ਟੋਟਲ ਐਗਰੀਕਲਚਰ ਦੇਣ ਦੀ ਹੈ। ਤੇ ਕਰਾਚੀਵਾਲ ਸਾਹਿਬ, ਮਲੋਟ ਦੀ ਘਟਨਾ ਨੂੰ ਕਿਵੇਂ ਦੇਖਦੇ? ਮੰਦਭਾਗੀ ਹੈ। ਪਾਲਿਸੀ ਦੇ ਤੌਰ ਤੇ ਅਸੀਂ ਕਹਿੰਦੇ ਨਹੀਂ ਹੋਣਾ ਚਾਹੀਦਾ, ਪਰ ਉਹਨਾਂ ਨੂੰ ਵੀ ਅਪੀਲ ਕਰਦੇ ਹਾਂ ਵੀ ਲੋਕਾਂ ਨੂੰ ਜਾ ਕੇ ਪ੍ਰਵੋਕ ਨਾ ਕਰੋ। ਆਖਰੀ ਸਵਾਲ ਹੈ ਜੀ, ਫੜੇ ਗਏ ਨੌਜਵਾਨਾਂ ਨੂੰ ਮਨਜਿੰਦਰ ਸਿੰਘ ਸਰਸਾ ਜਿਹੜੇ ਛਡਾ ਰਹੇ ਨੇ ਤੇ ਹੀਰੋ ਬਣੇ ਹੋਏ ਨਜ਼ਰੀ ਪੈ ਰਹੇ ਨੇ, ਸੰਯੁਕਤ ਮੋਰਚੇ ਦਾ ਕੀ ਯੋਗਦਾਨ ਹੈ ਫੜੇ ਨੌਜਵਾਨਾਂ ਨੂੰ? ਮੈਨੂੰ ਇਸ ਗੱਲ ਤੇ ਬਹੁਤ ਅਫਸੋਸ ਹੈ। ਸਾਡੀ ਇੱਕ ਸਮੱਸਿਆ ਕੀ ਹੈ, ਸਾਡੀ ਜਿਹੜੀ ਵਕੀਲਾਂ ਦੀ ਟੀਮ ਹੈ, ਰਾਤ ਨੂੰ 11 ਵਜੇ ਜਾਂ 12 ਵਜੇ ਜੇਲ੍ਹਾਂ 'ਚੋਂ ਛੱਡਦੇ ਨੇ। 3-4 ਜੇਲ੍ਹਾਂ ਨੇ ਦਿੱਲੀ 'ਚ। ਸਾਡੇ ਬੰਦੇ ਛੱਡ ਕੇ ਆ ਕੇ ਉਹਨਾਂ ਨੂੰ ਗੁਰੂ ਘਰ 'ਚ ਉੱਥੇ ਰਹਿਣ ਦਾ ਪ੍ਰਬੰਧ, ਉੱਥੇ ਛੱਡ ਕੇ ਆ ਜਾਂਦੇ ਨੇ। ਇਹ ਸਵਾਲ ਕੀਤਾ ਸਿਰਸਾ ਸਾਹਿਬ ਤੇ, ਟੋਟਲ ਜ਼ਮਾਨਤਾਂ ਸਾਡੇ ਬੰਦੇ ਨੇ ਕਰਾਈਆਂ। ਤੁਹਾਨੂੰ ਸ਼ਾਇਦ ਪਤਾ ਕਿ ਨਹੀਂ ਪਤਾ, ਜਦ ਉਹ ਉੱਥੇ ਨਹੀਂ ਸੀ ਜ਼ਮਾਨਤਾਂ ਹੋਈਆਂ, ਅਸੀਂ ਤਕਰੀਬਨ 5 ਲੱਖ ਰੁਪਈਆ ਉਹਨਾਂ ਨੂੰ 3-3 ਹਜ਼ਾਰ ਰੁਪਈਆ ਉੱਥੇ ਜਿਹੜਾ ਜੇਲ੍ਹ ਦੇ ਅੰਦਰ ਖਰਚ ਹੋ ਜਾਂਦਾ, ਜੇਬ ਖਰਚ ਵੀ ਦੇ ਕੇ ਆਏ। ਇਹ ਗੱਲਾਂ ਅੱਗੇ ਸਾਹਮਣੇ ਕਿਉਂ ਨਹੀਂ ਆ ਰਹੀਆਂ ਵੀ ਤੁਸੀਂ ਇੰਨਾ ਕੁਝ ਕਰ ਰਹੇ ਹੋ? ਕਾਰਨ ਕੀ ਨੇ? ਪਾਉਣਾ ਚਾਹੀਦਾ ਹੈ, ਜਿਹੜਾ ਤੁਹਾਡਾ ਸੈੱਲ ਬਣਿਆ ਉਹਦੇ ਉੱਪਰ ਜਾਣਕਾਰੀ ਦੇਣੀ ਚਾਹੀਦੀ ਹੈ। ਵਕੀਲਾਂ ਦੀ ਟੀਮ ਨੂੰ ਅਸੀਂ ਕਿਹਾ ਵੀ ਤੁਸੀਂ ਗਲਤ ਕੀਤਾ, ਤੁਹਾਨੂੰ ਇਹ ਸਾਰਾ ਕੁਝ ਗੱਲ ਕਹਿਣੀ ਚਾਹੀਦੀ ਸੀ। ਉਹਨਾਂ ਨੇ ਇੱਕ ਵਾਰੀ ਸਵਾਲ ਵੀ ਕੀਤਾ ਸਿਰਸਾ ਸਾਹਿਬ ਨੇ। ਮੈਨੂੰ ਜਵਾਬ ਦੇ ਦਿਓ। ਹਾਂਜੀ, ਕਿਲੇ ਕੰਨੀ ਜਾਣਾ ਸਾਡੀ ਰਾਏ ਤੋਂ ਬਾਹਰ ਜੀ। ਜੇ ਅਸੀਂ ਜ਼ਮਾਨਤ ਵੀ ਕਰਾਤੀ ਨਾ, ਜਿਹੜਾ ਸਾਡੀ ਰਾਏ ਤੋਂ ਬਾਹਰ ਗਿਆ ਉਹ ਸਾਡੇ ਨਾਲ ਫੋਟੋ ਵੀ ਨਹੀਂ ਲਾਉਂਦਾ, ਉਹ ਸਿੱਧਾ ਸਰਸੇਵ ਕੋਲ ਜਾ ਕੇ ਲਾ ਲੂਗਾ। ਸਮਝੋ ਸਾਰੀ ਗੱਲ ਨੂੰ। ਜਿਹੜਾ ਬੰਦਾ ਰਾਏ ਤੋਂ ਬਾਹਰ ਗਿਆ ਉਹ ਸਾਡੇ ਵਕੀਲਾਂ ਨਾਲ ਫੋਟੋ ਲਾਊਗਾ। ਸਮਝ ਲਿਆ ਕਰੋ ਗੱਲ ਨੂੰ। ਮੈਂ ਬੇਨਤੀ ਕਰਨੀ ਚਾਹੁੰਦਾ, ਜਦੋਂ ਜਿਹੜਾ ਮੁੰਡਾ ਬਿਨਾਂ ਕਹੇ ਗਾਹਾਂ ਜਾਵੇ, ਉਹ ਪਿਓ ਦੀ ਮੰਨੂਗਾ। ਫਿਰ ਗੱਲ ਮੇਰੀ ਕਹਿਣ ਦਾ ਮਤਲਬ ਉਹ ਰੁਲਦਾ ਸਿੰਘ ਜੀ, ਜਦੋਂ ਉੱਥੇ ਉਹ ਰਿਲੀਜ਼ ਹੋ ਕੇ ਆਏ ਨੇ ਨਾ, ਜਦ ਨੂੰ ਸਾਡੇ ਬੰਦੇ ਜਾਂਦੇ ਆ ਵਕੀਲ, ਉਸ ਰਾਤ ਨੂੰ 12 ਵਜੇ ਆ ਕੇ 12 ਵਜੇ ਉੱਥੋਂ ਛੁੱਟੇ। ਉਹ ਵਿਚਾਰੇ 2 ਘੰਟੇ ਦਿੱਲੀ ਉੱਥੇ ਆਉਣ ਨੂੰ ਲੱਗਦੇ ਆ, 2 ਵਜੇ ਆ ਕੇ ਉੱਥੇ ਟਿਕੇ। ਤੇ ਉਹ ਸਵੇਰੇ ਉੱਠ ਕੇ ਜਦ ਨੂੰ ਜਾਂਦੇ ਨੇ, ਜਦ ਸਿਰਸਾ ਸਾਹਿਬ ਪ੍ਰੈਸ ਕਾਨਫਰੰਸ ਕੀਤੀ ਹੁੰਦੀ ਹੈ, ਫਿਰ ਇੱਕ ਵਾਰੀ ਧੱਕੇ ਨਾਲ ਉਹਨੂੰ ਕਿਹਾ ਵੀ ਤੁਸੀਂ ਜਾ ਕੇ ਫੜੋ। ਉਹ ਸਵਾਲ ਸਬੂਲ ਵੀ ਹੋਏ, ਉਹ ਕਹਿੰਦਾ ਨਹੀਂ ਇਹੀ ਕਰਦੇ ਨੇ, ਇਹੀ ਕਰਦੇ ਨੇ, ਕੋਲ ਮੋੜ ਦੀਆਂ ਗੱਲਾਂ ਕਰਕੇ। ਕੀ ਇਹਦੇ ਤੇ ਲੜਾਈ ਥੋੜ੍ਹਾ ਪਾਉਂਗੇ ਤੁਸੀਂ? ਸਾਡੇ ਮੁੰਡੇ ਬਾਹਰ ਆ ਗਏ, ਇੱਥੇ ਮੁੰਡੇ ਕਿਸੇ ਨੇ ਛੜਾ ਕੇ ਸ਼ੁਕਰ ਹੈ ਮੁੰਡੇ ਬਾਹਰ। ਗੱਲ ਦੁਬਾਰਾ ਕਰ ਲਿਆ ਕਰੋ ਜੀ ਪ੍ਰੈਸ। ਹਾਂਜੀ, ਬਾਅਦ ਚੋਂ ਕਰ ਲਿਆ ਕਰੋ। ਨਹੀਂ ਇਹ ਫਿਰ ਜਿਹੜੀ ਵਕੀਲਾਂ ਦੀ ਟੀਮ ਹੈ ਉਹਨਾਂ ਨਹੀਂ ਕਰਨੀ। ਤੇ ਕਰਾਚੀਵਾਲ ਸਾਹਿਬ, ਕਰੋਨਾ ਨੂੰ ਲੈ ਕੇ ਨਿਯਮ ਹੋਰ ਸਖਤ ਹੋ ਰਹੇ ਨੇ ਪੰਜਾਬ ਦੇ ਵਿੱਚ। ਇਹ ਬੜਾ ਆਗਿਆਕਾਰੀ ਬੱਚਾ ਸਰਕਾਰ ਦਾ, ਜਦੋਂ ਜੀ ਕਰਦਾ ਉਹਦੀ ਡਿਊਟੀ ਲਾ ਦਿੰਦੇ ਨੇ, ਲੋਕਾਂ ਨੂੰ ਡਰਾਉਣ ਲੱਗ ਜਾਂਦਾ। ਜਿੱਥੇ ਉਹ ਜੀ ਕਰੇ ਸਰਕਾਰ ਨੂੰ, ਉਹਨੂੰ ਕਹਿੰਦੇ ਨੇ ਸੌਂ ਜਾ, ਸੌਂ ਜਾਂਦਾ। ਇਹ ਤੋਂ ਵੱਧ ਲੋਕ ਕੁਝ ਨਹੀਂ ਕਹਿ ਸਕਦੇ। ਦੇਖੋ, ਸਵਾਲ ਇਮਿਊਨਿਟੀ ਦਾ। ਜੇ ਦੇਸ਼ ਵਿੱਚ 60% ਆਬਾਦੀ ਦੇ ਕੋਲ ਮੈਲ ਨਿਊਟ੍ਰੀਸ਼ਨ ਹੈ, ਉਹਨਾਂ ਨੂੰ ਨਿਊਟ੍ਰੀਸ਼ੀਅਸ ਫੂਡ ਨਹੀਂ ਮਿਲਦਾ, ਉਹਨਾਂ ਦੀ ਜਿਹੜੀ ਹੈਗੀ ਹੈ ਜੇਬ 'ਚ ਪੈਸਾ ਨਹੀਂ ਹੈਗਾ, ਉਹਨਾਂ ਦੀ ਪੇਇੰਗ ਕੈਪੈਸਿਟੀ ਨਹੀਂ ਹੈਗੀ,
ਤੇ ਫਿਰ ਉਹਨਾਂ ਦੀ ਇਮਿਊਨਿਟੀ ਵੀ ਘੱਟ ਹੈ, ਫਿਰ ਉਹਨਾਂ ਨੂੰ ਕਰੋਨਾ ਹੋਏਗਾ। ਅਸੀਂ ਜਿਹੜੇ ਖੇਤਾਂ 'ਚ ਕੰਮ ਕਰਦੇ ਹਾਂ, ਇੱਕ ਤਾਂ ਸਾਡਾ ਵੇ ਆਫ ਲਾਈਫ, ਸਾਡਾ ਕੰਮ ਕਰਨ ਦਾ ਤਰੀਕਾ, ਸਾਡੀ ਇਮਿਊਨਿਟੀ ਵੱਧ ਹੈ। ਮੈਂ ਪਰਸਨਲੀ ਮੈਂ ਜਦੋਂ ਕਲਕੱਤੇ ਤੋਂ ਆਇਆ, ਮੇਰੀ ਫਲਾਈਟ ਕਲਕੱਤੇ ਤੋਂ ਬੰਬੇ ਤੋਂ ਇੱਥੇ ਸੀ, ਮੇਰੇ ਕੋਲ ਗੁੰਮਛਾ ਜਿਹਾ ਸੀਗਾ, ਮੈਂ ਕੱਲ ਭੇਜਿਆ ਹੋਇਆ। ਉਹ ਜਿਹੜਾ ਦਿੰਦੇ ਨੇ 에ਅਰਲਾਈਨ ਵਾਲੇ, ਉਹ ਪੱਗ ਦੇ ਉੱਤੇ ਨਹੀਂ ਆਉਂਦਾ। ਮੈਨੂੰ 에ਅਰ ਹੋਸਟੈਸ ਨੂੰ ਬੁਲਾ ਕੇ ਮੇਰੇ ਨਾਲ ਦੀ ਸੀਟ ਵਾਲੇ ਨੇ ਕਿਹਾ ਇਹਨੇ ਮਾਸਕ ਨਹੀਂ ਪਹਿਨਿਆ, ਇਹਦੇ ਖਿਲਾਫ ਕਾਰਵਾਈ ਕਰੋ, ਸ਼ਬਦੇਸੀ ਕਾਰਵਾਈ ਕਰੋ। ਉਹ ਮੈਨੂੰ ਕਹਿੰਦੀ ਵੀ ਤੁਸੀਂ ਦੱਸੋ। ਮੈਂ ਕਿਹਾ ਵੀ ਮੈਂ ਬੇਟਾ ਬੰਨਿਆ ਤਾਂ ਹੋਇਆ, ਹੁਣ ਮੈਂ ਕੀ ਕਰਾਂ, ਤੁਹਾਡਾ ਨਹੀਂ ਆਉਂਦਾ ਮੇਰੇ ਮਾਸਕ ਸਿਰੇ ਆ ਕੇ ਚੁੱਪ ਕਰਕੇ। ਉੱਥੇ ਤੇ ਐਂ ਬੰਦੇ ਨੂੰ ਜਿਵੇਂ ਹੋ ਗਿਆ ਹੁੰਦਾ ਨਾ, ਐਂ ਲੱਤਾਂ ਲਾਈ ਗਿਆ। ਚੰਡੀਗੜ੍ਹ ਆ ਕੇ ਜਦ ਉਤਰਨ ਲੱਗੇ ਜਹਾਜ਼ 'ਚੋਂ ਸਾਰੇ, ਮੈਂ ਉੱਚੀ ਆਵਾਜ਼ 'ਚ ਕਿਹਾ ਸਾਰੇ ਪੈਸੇਂਜਰ ਨੂੰ, ਯਾਰੋ ਅਸੀਂ ਤਾਂ ਉੱਥੇ ਦੱਬਤਾ 2.5 ਫੁੱਟ ਡੂੰਘਾ ਕਰੋਨਾ ਧਰਤੀ 'ਚ ਬਾਰਡਰ 'ਤੇ, ਇਹ ਜਹਾਜ਼ 'ਚ ਵੀ ਟਰਾਈ ਜਾਂਦੇ ਨੇ। ਤੁਸੀਂ ਵੀ ਇੱਕ ਸਕੂਲ ਬੰਦ ਪਏ ਨੇ, ਠੇਕੇ ਖੁੱਲੇ ਪਏ ਨੇ, ਇਸ ਬਾਰੇ ਕੀ ਕਹੋਗੇ? ਹੁਣ ਜਿਹੜਾ ਕਾਲਜ ਸਕੂਲ ਬੰਦ ਨੇ, ਯੂਨੀਵਰਸਿਟੀ। ਤੁਹਾਨੂੰ ਮੈਂ ਗੱਲ ਕਹਾਂ, ਮੋਦੀ ਨੇ ਤਾਂ ਲਾਈ ਹੈ ਬਿਮਾਰੀ ਕਹਿ ਕੇ ਸੰਸਾਰ ਜੰਗ, ਤੇ ਕੈਪਟਨ ਸਾਹਿਬ ਨੇ ਰੱਖਿਆ ਰਾਤ ਨੂੰ ਚੌਕੀਦਾਰ, ਵੀ ਰਾਤ ਨੂੰ ਕੋਈ ਬਾਹਰ ਨਾ ਨਿਕਲੋ, ਜਿਹੜੀ ਬਿਮਾਰੀ ਹੈ। ਤੇ ਜੇ ਸਕੂਲ ਬੰਦ ਕਰ ਸਕਦਾ ਕੈਪਟਨ, ਅਸੀਂ ਲਾਂਭਾ ਦਿੰਦੇ ਹਾਂ ਉਹਨੂੰ, ਫਿਰ ਠੇਕੇ ਕਿਉਂ ਨਹੀਂ ਬੰਦ ਕਰਦਾ? ਠੇਕੇ ਬੰਦ ਕਰ ਲੈਣਾ ਤਾਂ ਉੱਥੇ ਵੀ ਲੱਗਦੀਆਂ ਨਾ, ਨਾਲ ਜਾ ਕੇ ਹੱਥਾਂ ਨੇ ਪੀ ਕੇ ਘਰ ਲੜਦੇ ਨੇ ਜਾ ਕੇ। ਉਹਨੇ ਆਪ ਹੀ ਨਹੀਂ ਹੁੰਦੀ ਵਿਚਾਰੀ।